ਇਹਦੇ 'ਚ ਜ਼ਿਆਦਾ ਨੇ ਔਰ ਸ਼ਹਿਰ ਦੀ ਹੋਂਦ ਅਜੇ ਤੱਕ ਵੀ ਸਾਡੇ ਉਸ ਤਰ੍ਹਾਂ ਦੇ ਮਹਾਨਗਰ ਨਹੀਂ ਗਏ। ਤਾਂ ਉਸ ਵੇਲੇ ਤਾਂ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਵੀ ਜਿਹੜੇ ਸ਼ਹਿਰ ਨੇ ਉਸ ਵੇਲੇ ਦੇ ਉਹ ਵੀ ਪਿੰਡਾਂ ਵਰਗੇ ਹੀ ਹੈ ਨੇ, ਬਹੁਤੇ ਕਸਬੇ ਨੁਮਾਈ ਉਸ ਵੇਲੇ ਸ਼ਹਿਰ ਜਿਹੜੇ ਸੀਗੇ। ਤਾਂ ਫਿਰ ਵੀ ਜਿਹੜੇ ਉਹ ਉਸ ਵੇਲੇ ਦੇ ਕਹਾਣੀਕਾਰ ਹੈ ਉਹਨਾਂ ਦੀ ਦ੍ਰਿਸ਼ਟੀ ਤੋਂ ਪਿੰਡ ਕਿਉਂ ਪਰੇ ਰਹਿ ਜਾਂਦਾ? ਉਹਦਾ ਇੱਕ ਮੁੱਖ ਕਾਰਨ ਤਾਂ ਮੈਨੂੰ ਇਹ ਲੱਗਦਾ ਹੈ ਕਿ ਹੋ ਸਕਦਾ ਮੇਰੀ ਆਪਣੀ ਇਹ ਧਾਰਨਾ ਹੋਵੇ ਕਿ ਮੱਧਕਾਲ ਦਾ ਕੁਛ ਅੰਸ਼ ਉੱਥੇ ਤੱਕ ਪਸਰਿਆ ਹੋਇਆ ਹੈ ਪੇਂਡੂ ਜੀਵਨ 'ਚ ਪੰਜਾਬ ਦੇ 'ਚ। ਤੇ ਉਦੋਂ ਸਾਡੇ ਕੋਲ ਕਿੱਸੇ ਪ੍ਰਚਲਿਤ ਨੇ, ਮੇਲੇ ਲੱਗਦੇ ਨੇ, ਸਾਹਿਤ ਦਾ ਜਿਹੜਾ ਕੰਮ ਹੈ ਉਹ ਹੋਰ ਵਿਧਾਵਾਂ ਤੇ ਰੂਪ ਕਰ ਰਹੇ ਨੇ। ਦੂਜਾ, ਜਿਹੜੇ ਸਾਹਿਤ ਲਿਖਣ ਵਾਲੇ ਬੰਦੇ ਨੇ ਉਹਨਾਂ ਦੇ ਮੁਕਾਬਲੇ ਤੇ ਜਿਵੇਂ ਮੰਨ ਲਓ ਈਸਾਈ ਮਿਸ਼ਨਰੀ ਆਉਂਦੇ ਨੇ, ਉਹਨਾਂ ਦੇ ਮੁਕਾਬਲੇ ਲਈ ਜਿਹੜੀ ਲਹਿਰ ਸ਼ੁਰੂ ਹੁੰਦੀ ਹੈ, ਸਿੰਘ ਸਭਾ ਲਹਿਰ ਹੈ, ਜਾਂ ਅੰਗਰੇਜ਼ ਸਾਮਰਾਜ ਦੇ ਖਿਲਾਫ ਕੁਛ ਐਕਟੀਵਿਟੀ ਜਿੱਥੇ ਹੋ ਰਹੀ ਹੈ ਉਹ ਸ਼ਹਿਰ ਹੈ। ਤੇ ਉਸ ਐਕਟੀਵਿਟੀ ਔਰ ਉਸ ਵਿਚਾਰ ਨੂੰ ਫੜਨ ਦੀ ਕੋਸ਼ਿਸ਼ ਹੈ ਜਿਹੜੀ ਉਹ ਪੰਜਾਬੀ ਸਾਹਿਤ 'ਚ ਉਦੋਂ ਹੋ ਰਹੀ ਹੈ ਤੇ ਪਿੰਡ ਲਗਭਗ ਉਹਨਾਂ ਐਕਟੀਵਿਟੀਜ਼ 'ਚੋਂ ਗੈਰ ਹਾਜ਼ਰ ਮਿਲਦਾ ਹੈ। ਡਾਕਟਰ ਨਰਾਲਾ ਜੀ, ਜਿਸ ਤਰ੍ਹਾਂ ਇੱਕ ਇਸ਼ਾਰਾ ਕੀਤਾ ਗਰੇਵਾਲ ਸਾਹਿਬ ਨੇ ਕਿ ਉਹਨਾਂ ਕਹਾਣੀਆਂ ਦੇ ਵਿੱਚ ਪਿੰਡ ਤਾਂ ਭਾਵੇਂ ਜਿਹੜਾ ਹੈ ਥੋੜ੍ਹੇ ਬਹੁਤੇ ਰੂਪ ਦੇ ਵਿੱਚ ਹੈ, ਪਰ ਉਹ ਪਿੰਡ ਉਸ ਕਿਸਮ ਦਾ ਨਹੀਂ ਹੈ ਕਿ ਜਿਸ ਕਿਸਮ ਦਾ ਪਿੰਡ ਦਾ ਯਥਾਰਥ ਹੈ। ਔਰ ਉਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਉਸ ਵੇਲੇ ਦੀ ਜਿਹੜੀ ਸ਼ਹਿਰੀ ਮੱਧ ਵਰਗੀ ਦ੍ਰਿਸ਼ਟੀ ਹੈ ਇਹ ਵੀ ਇੱਕ ਵੱਡਾ ਕਾਰਨ ਹੈ। ਤਾਂ ਇਸ ਸਥਿਤੀ ਦੇ ਵਿੱਚ ਤਬਦੀਲੀ ਕਦੋਂ ਕੁ ਹੋਈ ਵੇਖਦੇ ਹੋ ਤੁਸੀਂ ਕਿ ਜਦੋਂ ਪਿੰਡ ਜਿਹੜਾ ਹੈ ਸਹੀ ਮਾਅਨਿਆਂ ਦੇ ਵਿੱਚ ਪੰਜਾਬੀ ਕਹਾਣੀ ਦਾ ਕੇਂਦਰ ਬਣਦਾ ਹੈ? ਧਾਲੀਵਾਲ ਸਾਹਿਬ, ਜਿੱਥੋਂ ਤੱਕ ਮੇਰਾ ਵਿਚਾਰ ਹੈ ਉਹ ਮੇਰੇ ਖਿਆਲ 'ਚ 1936 ਤੋਂ ਬਾਅਦ ਕਹਿ ਲਓ ਜਾਂ 1940 'ਚ ਜਦੋਂ ਸੰਤ ਸਿੰਘ ਸੇਖੋਂ ਹੋਰਾਂ ਦਾ ਕਹਾਣੀ ਸੰਗ੍ਰਹਿ ਸਮਾਚਾਰ ਛਪਦਾ ਹੈ। ਭਾਵੇਂ ਕਿ ਉਹਦੀਆਂ ਕਹਾਣੀਆਂ ਪਹਿਲਾਂ ਪ੍ਰਭਾਤ ਵਰਗੇ ਪਰਚੇ ਦੇ ਵਿੱਚ ਛਪ ਚੁੱਕੀਆਂ ਸੀ। ਸੰਤ ਸਿੰਘ ਸੇਖੋਂ ਹੋਇਆ, ਸੁਜਾਨ ਸਿੰਘ ਹੋਇਆ, ਕਰਤਾਰ ਸਿੰਘ ਦੁੱਗਲ ਹੋਇਆ, ਇਹ ਸਾਡੇ ਤਿੰਨ ਧੁਰੇ ਜਦੋਂ ਪੰਜਾਬੀ ਕਹਾਣੀ ਚਾਹੁੰਦੇ ਨੇ, ਖਾਸ ਤੌਰ 'ਤੇ ਸੇਖੋਂ ਸਾਹਿਬ ਤਾਂ ਕਿਉਂਕਿ ਪਿੰਡਾਂ ਦੇ ਵਿੱਚੋਂ ਲੇਖਕ ਉੱਠੇ ਹੋਏ ਸੀਗੇ, ਪੰਜਾਬੀ ਵਿੱਚ ਲਿਖਦੇ ਸੀ। ਮੇਰੇ ਖਿਆਲ 'ਚ ਪਹਿਲੀ ਵਾਰੀ ਸੰਤ ਸਿੰਘ ਸੇਖੋਂ ਹੋਰਾਂ ਨੇ ਕੁਝ ਅਜਿਹੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਦੇ ਵਿੱਚ ਪੇਂਡੂ ਚਿਤਰਨ ਸੀ, ਪੇਂਡੂ ਲੋਕਾਂ ਬਾਰੇ ਸੀ, ਕਿਰਸਾਨੀ ਬਾਰੇ ਸੀ, ਮਜ਼ਦੂਰ ਬਾਰੇ ਸੀ ਅਤੇ ਸਮੁੱਚੇ ਪਿੰਡ ਦੇ ਬਾਰੇ ਵੀ ਸੀ। ਉਸ ਤੋਂ ਬਾਅਦ ਸੰਤੋਖ ਸਿੰਘ ਧੀਰ ਹੋਰਾਂ ਨੇ ਭਾਵੇਂ ਕਿ ਉਹਨਾਂ ਨੇ ਪਿੰਡ ਦੀ ਫੋਟੋਗ੍ਰਾਫੀ ਕੀਤੀ, ਲੇਕਿਨ ਉਹ ਅਜਿਹੇ ਸਜੀਵ ਚਿੱਤਰ ਪੇਸ਼ ਕੀਤੇ ਜਿਹਦੇ ਨਾਲ ਸਮੁੱਚਾ ਪਿੰਡ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਆਉਂਦਾ। ਇਸ ਦੇ ਨਾਲ ਹੀ ਇਤਿਹਾਸਿਕ ਪ੍ਰਕਰਨ ਦੇ ਵਿੱਚ ਫਿਰ ਕੁਲਵੰਤ ਸਿੰਘ ਵਿਰਕ ਹੋਰਾਂ ਦਾ ਨਾਂ ਬੜਾ ਵੱਡਾ ਨਾਂ ਹੈ, ਜਿਨ੍ਹਾਂ ਨੇ ਕਿ ਪਿੰਡ ਬਾਰੇ, ਦੇਸ਼ ਵੰਡ ਬਾਰੇ ਅਜਿਹੀਆਂ ਕਹਾਣੀਆਂ ਲਿਖੀਆਂ ਜਿਨ੍ਹਾਂ ਨੂੰ ਕਿ ਮਾਨਵਵਾਦੀ ਕਹਾਣੀਆਂ ਕਿਹਾ ਗਿਆ। ਡਾਕਟਰ ਨਰਾਲਾ ਜੀ, ਜਦੋਂ ਤੁਸੀਂ ਸੰਤ ਸਿੰਘ ਸੇਖੋਂ ਦਾ ਔਰ ਧੀਰ ਸਾਹਿਬ ਦਾ ਔਰ ਵਿਰਕ ਹੋਰਾਂ ਦਾ ਜ਼ਿਕਰ ਕਰ ਰਹੇ ਸੀ ਤਾਂ ਮੇਰੇ ਦਿਮਾਗ ਦੇ ਵਿੱਚ ਕਿੰਨੀਆਂ ਸਾਰੀਆਂ ਕਹਾਣੀਆਂ ਉਸ ਵੇਲੇ ਦੀਆਂ ਜਿਹੜੀਆਂ ਹੈ ਉਹ ਆ ਰਹੀਆਂ ਸੀ। ਜਿਵੇਂ ਸੰਤ ਸਿੰਘ ਸੇਖੋਂ ਦੀ ਕਹਾਣੀ ਪੱਤਾ ਹੈ ਜਾਂ ਹਲਵਾ ਹੈ, ਜਿਨ੍ਹਾਂ ਦੇ ਵਿੱਚ ਸਿਰਫ ਪੇਂਡੂ ਜਨਜੀਵਨ ਦੇ ਵੇਰਵੇ ਹੀ ਨਹੀਂ ਆਉਂਦੇ ਬਲਕਿ ਪਿੰਡ ਦੇ ਲੋਕਾਂ ਦੀ ਜੋ ਇੱਕ ਮਾਸੂਮੀਅਤ ਹੈ, ਜੋ ਉਹਨਾਂ ਦਾ ਕਿਰਤੀ ਸੁਭਾਅ ਹੈ, ਜੋ ਖੁੱਲ੍ਹਾ ਡੁੱਲਾਪਣ ਹੈ, ਇਹ ਸਾਰਾ ਕੁਛ ਵੀ ਜਿਹੜਾ ਹੈ ਉਸ ਵੇਲੇ ਦੇ ਕਹਾਣੀਕਾਰ ਨੂੰ ਟੁੰਬਦਾ ਹੈ। ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਕੁਲਵੰਤ ਸਿੰਘ ਵਿਰਕ ਵਾਕਿਆ ਹੀ ਇਸ ਸ਼ੈਲੀ ਦਾ ਸ਼ਾਹਕਾਰ ਬਣ ਕੇ ਪ੍ਰਗਟ ਹੁੰਦਾ ਹੈ, ਜਿਹਨੇ ਕਿ ਪਿੰਡ ਨੂੰ ਆਪਣਿਆਂ ਵਾਂਗ ਵੀ ਵੇਖਿਆ ਤੇ ਪਿੰਡ ਨੂੰ ਥੋੜ੍ਹਾ ਵਿੱਥ ਤੇ ਖੜ ਕੇ ਵੀ ਵੇਖਿਆ। ਕਿਉਂਕਿ ਜਦੋਂ ਬੰਦਾ ਸ਼ਹਿਰ ਦੇ ਵਿੱਚ ਚਲਾ ਜਾਂਦਾ ਤੇ ਉਹ ਪਿੰਡ ਨੂੰ ਇੱਕ ਖਾਸ ਤਰ੍ਹਾਂ ਦੇ ਮੋਹ ਨਾਲ ਵੀ ਵੇਖਦਾ ਤੇ ਇੱਕ ਖਾਸ ਤਰ੍ਹਾਂ ਦੀ ਵਿੱਥ ਨਾਲ ਵੀ ਵੇਖਦਾ। ਤਾਂ ਸਿੱਧੂ ਸਾਹਿਬ, ਤੁਸੀਂ ਕੀ ਮਹਿਸੂਸ ਕਰਦੇ ਹੈ ਕਿ ਵਿਰਕ ਤੋਂ ਬਾਅਦ ਕਦੋਂ ਇਸ ਕਿਸਮ ਦਾ ਇੱਕ ਫਰਕ ਮਹਿਸੂਸ ਹੋਣ ਲੱਗਦਾ ਹੈ ਕਿ ਜਿਨ੍ਹਾਂ ਨੇ ਉਸ ਦ੍ਰਿਸ਼ਟੀ ਨੂੰ ਜਿਹੜਾ ਹੈ ਕੁਛ ਨਵਾਂ ਦਿੱਤਾ ਹੋਵੇ, ਕਹਾਣੀਕਾਰਾਂ ਨੇ ਨਵੇਂ ਢੰਗ ਨਾਲ ਪਿੰਡ ਨੂੰ ਵੇਖਣਾ ਸ਼ੁਰੂ ਕੀਤਾ ਹੋਵੇ, ਤਾਂ ਉਹਦੇ ਵਿੱਚ ਤੁਸੀਂ ਕਿਹੜੇ ਕਹਾਣੀਕਾਰਾਂ ਨੂੰ ਇੱਕ ਤਾਂ ਸ਼ਾਮਲ ਕਰੋਗੇ ਤੇ ਕਦੋਂ ਤੋਂ ਇਹ ਗੱਲ ਸਮਝਦੇ ਆ ਕਿ ਇਹ ਤਬਦੀਲੀ ਵਾਪਰੀ? ਧਾਲੀਵਾਲ ਸਾਹਿਬ, ਜਿਹੜੇ ਸੇਖੋਂ ਹੋਰੀ ਜਾਂ ਉਹਨਾਂ ਦੇ ਸਮਕਾਲੀ ਲੇਖਕ ਸੀ ਧੀਰ ਵਗੈਰਾ ਜਾਂ ਹੋਰ ਸੁਜਾਨ ਸਿੰਘ ਹੋਰੀ, ਉਸ ਸਮੇਂ ਸਾਡੇ ਸਾਹਿਤ ਦੇ ਵਿੱਚ ਪ੍ਰਗਤੀਵਾਦੀ ਧਾਰਾ ਦਾ ਬੋਲਬਾਲਾ ਸੀ ਤੇ ਉਹਨਾਂ ਦਾ ਜਿਹੜਾ ਜੀਵਨ ਦ੍ਰਿਸ਼ਟੀਕੋਣ ਸੀ ਉਹ ਪ੍ਰੇਰਿਤ ਉਸੇ ਪ੍ਰਗਤੀਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਸੀ।
ਠੀਕ ਹੈ। ਉਸ ਸਮੇਂ ਕਹਾਣੀ ਦੇ ਵਿੱਚ ਇਸ ਵਿਚਾਰਧਾਰਾ ਨੂੰ ਲਿਆਉਣਾ ਕੋਈ ਦੋਸ਼ ਨਹੀਂ ਸੀ ਮੰਨਿਆ ਜਾਂਦਾ, ਬਲਕਿ ਉਹਨਾਂ ਕਹਾਣੀਆਂ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਸੀ ਜਿਹੜੀਆਂ ਪ੍ਰਗਤੀਵਾਦ ਦੀ ਕਸੌਟੀ ਤੇ ਪੂਰੀਆਂ ਉਤਰਦੀਆਂ ਸਨ। ਸੋ ਉਸ ਤੋਂ ਪਿੱਛੋਂ ਭਾਵੇਂ ਇਹ ਪ੍ਰਗਤੀਵਾਦੀ ਵਿਚਾਰਧਾਰਾ ਅੱਜ ਵੀ ਹੈ ਕਿ ਜੇ ਅਸੀਂ ਇਹਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ, ਕਿਉਂਕਿ ਮਨੁੱਖ ਹਮੇਸ਼ਾ ਪ੍ਰਗਤੀ ਕਰਦਾ ਰਹਿੰਦਾ ਹੈ, ਪਰ ਉਦੋਂ ਬਾਅਦ ਜਿਹੜੀ ਉਹ ਸੁਰ ਸੀਗੀ ਤੇ ਸਿੱਧੀ ਸਪਸ਼ਟ ਗੱਲ ਕਰਨ ਦੀ ਸੀ, ਉਹ ਥੋੜੀ ਥੋੜੀ ਅਲੋਪ ਹੁੰਦੀ ਚਲੀ ਗਈ ਨਵੇਂ ਕਹਾਣੀਕਾਰਾਂ ਦੇ ਵਿੱਚ। ਤੇ ਕਹਾਣੀ ਦੇ ਵਿੱਚ ਇਕਾਇਰੀ ਦੀ ਥਾਂ ਬਹੁ ਪਰਤੀਆਂ ਕਹਾਣੀਆਂ ਲਿਖੀਆਂ ਜਾਣ ਲੱਗੀਆਂ। ਗੁਰਬਚਨ ਸਿੰਘ ਭੁੱਲਰ ਨੇ ਬਹੁਤ ਹੀ ਵਧੀਆ ਪੇਂਡੂ ਕਹਾਣੀਆਂ ਲਿਖੀਆਂ, ਜਿਨ੍ਹਾਂ ਦੇ ਵਿੱਚ ਓਪਰਾ ਮਰਦ ਤੇ ਆਪਣਾ ਜਿਹੜੀ ਮਨੁੱਖ ਦੀ ਗੁਆਚੀ ਹੋਈ ਪੈੜ, ਬਹੁਤ ਹੀ ਖੂਬਸੂਰਤ ਕਹਾਣੀਆਂ ਨੇ ਜਿਹੜੀਆਂ ਮਨੁੱਖੀ ਮਨੋਭਾਵਾਂ ਨੂੰ ਚਿੱਤਰਦੀਆਂ ਨੇ। ਹੋਰ ਵੀ ਲੇਖਕਾਂ ਨੇ ਬਹੁਤ ਸਾਰਿਆਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ। ਜਿਹੜੇ ਸ਼ਹਿਰੀ ਸੀ ਉਹਨਾਂ ਨੇ ਵੀ ਪ੍ਰਭਾਵ ਬਸ ਪੇਂਡੂ ਕਹਾਣੀਆਂ ਲਿਖਣ ਦਾ ਪ੍ਰਯਤਨ ਕੀਤਾ। ਜਸਬੀਰ ਭੁੱਲਰ ਨੇ ਦੋ ਚਾਰ ਕਹਾਣੀਆਂ ਲਿਖੀਆਂ, ਪਰ ਉਹ ਉਸ ਤਰ੍ਹਾਂ ਦੀਆਂ ਕਹਾਣੀਆਂ ਨਹੀਂ ਲਿਖ ਸਕਿਆ ਜਿਹੜੀਆਂ ਉਹ ਸ਼ਹਿਰੀ ਜੀਵਨ ਦੀਆਂ ਲਿਖ ਸਕਦਾ ਸੀ। ਮੈਂ ਡਾਕਟਰ ਸਾਹਿਬ ਕੋਈ ਗੱਲ ਥੋੜੀ ਜਿਹੀ ਟੋਕ ਕੇ ਕਰਨੀ ਚਾਹੁੰਦਾ ਇਹਨਾਂ ਦੇ ਨਾਲ, ਜਿਹੜੀ ਇਹਨਾਂ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਕਿ ਪੇਂਡੂ ਜੀਵਨ ਕਹਾਣੀ 'ਚ ਆਉਣਾ ਕਿਵੇਂ ਸ਼ੁਰੂ ਹੁੰਦਾ ਹੈ। ਮੇਰੇ ਜਿਹੜੀ ਗੱਲ ਖਿਆਲ ਆ ਰਹੀ ਸੀ ਇਹਨਾਂ ਦੀ ਗੱਲ ਸੁਣਦੇ ਹੋਏ, ਉਹ ਇਹ ਸੀ ਕਿ ਜਿਹੜੀਆਂ ਪਹਿਲਾ ਪੰਜਾਬੀ ਸਾਹਿਤ ਹੈ ਨਾ, ਪਹਿਲੀ ਪੰਜਾਬੀ ਕਹਾਣੀ ਹੈ, ਉਹ ਕਿਉਂਕਿ ਵਿਦੇਸ਼ੀ ਸਾਹਿਤ ਤੋਂ, ਖਾਸ ਤੌਰ ਤੇ ਅੰਗਰੇਜ਼ੀ ਸਾਹਿਤ ਤੋਂ ਪ੍ਰਭਾਵਿਤ ਹੈ, ਤੇ ਸਾਰਾ ਮੱਧਕਾਲ ਹੈ ਜਿਹੜਾ ਉਹ ਪੂਰੇ ਦਾ ਪੂਰਾ ਇੱਕ ਨਾਇਕ ਦੇ ਆਲੇ ਦੁਆਲੇ ਘੁੰਮਣ ਵਾਲੀਆਂ ਗੱਲਾਂ ਕਰਦਾ ਹੈ। ਮੈਂ ਸਮਝਦਾ ਵੀ ਜਿਵੇਂ ਇਹਨਾਂ ਨੇ ਕਿਹਾ ਕਿ ਵਿਰਕ ਸਾਹਿਬ ਤੋਂ ਬਾਅਦ, ਸਿੱਖੋਂ ਹੋਰਾਂ ਤੋਂ ਬਾਅਦ, ਵਿਰਕ ਉਹਨਾਂ ਤੋਂ ਵਿਸ਼ੇਸ਼ ਤੌਰ ਤੇ, ਕਿ ਪਿੰਡ ਦਾ ਜਿਹੜਾ ਸਧਾਰਨ ਹਸਾਸ ਬੰਦਾ ਸੀ ਨਾ, ਇੱਕ ਸਧਾਰਨ ਬੰਦੇ ਦਾ ਵੀ ਸਾਹਿਤ 'ਚ ਕਿਵੇਂ ਮੁਲਾਂਕਣ ਹੋ ਸਕਦਾ ਹੈ, ਕਿਵੇਂ ਉਹ ਵੀ ਕੇਂਦਰ 'ਚ ਰਹਿ ਸਕਦਾ ਹੈ, ਇਹ ਗੱਲ ਆਉਂਦੀ ਹੈ। ਤੇ ਇਹਦੇ ਨਾਲ ਸਧਾਰਨ ਬੰਦਾ ਜਿਹੜਾ ਉਹ ਪੇਂਡੂ ਬੰਦਾ ਵਿਰਕ ਸਾਹਿਬ ਤੇ ਭੁੱਲਰ ਹੋਣੀ ਕਹਾਣੀਆਂ 'ਚ ਲੈ ਕੇ ਆਉਂਦੇ। ਡਾਕਟਰ ਨਰਾਲਾ ਜੀ, ਤੁਸੀਂ ਜਿਵੇਂ ਹੁਣ ਇੱਕ ਮਸਲਾ ਸਾਡੇ ਸਾਹਮਣੇ ਆ ਗਿਆ ਇਹ ਕਿ ਵੀ ਅਸੀਂ ਪੇਂਡੂ ਜੀਵਨ ਸਾਡੀ ਜਿਹੜੀ ਕਹਾਣੀ ਦੇ ਵਿੱਚ ਜਦੋਂ ਕੇਂਦਰ ਬਣਦਾ ਹੈ, ਤਾਂ ਸਿੱਧੂ ਸਾਹਿਬ ਨੇ ਇੱਕ ਮਸਲਾ ਇਹ ਉਠਾਇਆ ਕਿ ਕਿਉਂਕਿ ਉਸ ਵੇਲੇ ਪ੍ਰਗਤੀਵਾਦ ਦਾ ਕਾਫੀ ਜਿਹੜਾ ਸੀਗਾ ਜ਼ੋਰ ਸੀਗਾ, ਇਸ ਕਰਕੇ ਉਹਨਾਂ ਪ੍ਰਗਤੀਵਾਦੀਆਂ ਨੇ ਵੀ ਆਪਣੇ ਢੰਗ ਨਾਲ ਪਿੰਡ ਨੂੰ ਚਿਤਰਿਆ। ਤਾਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਗਤੀਵਾਦੀ ਕਿਉਂਕਿ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਹੈ, ਤਾਂ ਉਹਨਾਂ ਨੇ ਪਿੰਡ ਦੇ ਕਿਹੜੇ ਪੱਖਾਂ ਨੂੰ ਜ਼ਿਆਦਾ ਉਭਾਰਿਆ? ਇਸ ਨੁਕਤੇ ਤੇ ਜੇ ਅਸੀਂ ਆਈਏ ਤਾਂ ਕਿਉਂਕਿ ਜਿਹੜਾ ਪਿੰਡ ਸਾਡੇ ਸਾਹਮਣੇ ਦਿਸਦਾ ਉਹਦਾ ਇੱਕੋ ਪੱਖ ਨਹੀਂ, ਉਹਦੇ ਤਾਂ ਅਨੇਕਾਂ ਪੱਖ ਨੇ। ਜਿਵੇਂ ਗਰੇਵਾਲ ਸਾਹਿਬ ਨੇ ਗੱਲ ਕੀਤੀ ਹੈ ਕਿ ਸੇਖੋਂ ਵਿਰਕ ਹੋਰਾਂ ਨਾਲ ਸਾਡੇ ਸਾਹਮਣੇ ਸਧਾਰਨ ਪਿੰਡ ਦਾ ਬੰਦਾ ਵੀ ਕਹਾਣੀ ਦੇ ਕੇਂਦਰ ਦੇ ਵਿੱਚ ਆ ਗਿਆ। ਤਾਂ ਕੀ ਪ੍ਰਗਤੀਵਾਦੀਆਂ ਨੇ ਮੁੜ ਕੇ ਉਸ ਤਰ੍ਹਾਂ ਦਾ ਨਾਇਕ ਜਿਹੜਾ ਕਿ ਉਹਦੇ 'ਚੋਂ ਅਸੀਂ ਕਹਿੰਦੇ ਹਾਂ ਕਿ ਵੀ ਥੋੜਾ ਘਟ ਗਿਆ ਸੀਗਾ, ਕੀ ਉਹਨਾਂ ਨੇ ਦੁਬਾਰਾ ਉਸ ਨਾਇਕ ਨੂੰ ਉਭਾਰਿਆ ਕਿ ਉਹਦੇ 'ਚ ਕੀ ਤੁਹਾਨੂੰ ਲੱਗਦਾ ਹੈ? ਦੇਖੋ, ਨਾਇਕ ਜਿਹੜਾ ਹੈਗਾ ਮੇਰੇ ਖਿਆਲ 'ਚ ਉਸ ਤਰ੍ਹਾਂ ਨਾਇਕ ਦੇ ਰੂਪ ਹਮੇਸ਼ਾ ਬਦਲਦੇ ਰਹਿੰਦੇ ਆ, ਖਾਸ ਤੌਰ ਤੇ ਪੰਜਾਬੀ ਕਹਾਣੀ ਵਿੱਚ। ਜੇ ਅਸੀਂ ਸੇਖੋਂ ਸਾਹਿਬ ਨੂੰ ਇੱਕ ਮਾਡਲ ਮੰਨਦੇ ਹਾਂ ਤਾਂ ਇੱਕ ਮਾਡਲ ਕੁਲਵੰਤ ਸਿੰਘ ਵਿਰਕ ਦਾ ਵੀ ਸਾਡੇ ਸਾਹਮਣੇ ਖੜਾ ਹੁੰਦਾ ਹੈ। ਵਿਰਕ ਸਾਹਿਬ ਨਾਲ ਇੱਕ ਇੰਟਰਵਿਊ 'ਚ ਮੈਂ ਕੀਤੀ ਉਹਨਾਂ ਦੀ, ਉਹਨਾਂ ਨੇ ਕਿਹਾ ਕਿ ਮੈਂ ਸੇਖੋਂ ਦੀਆਂ ਕਹਾਣੀਆਂ ਪੜ੍ਹ ਕੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਪਿੰਡ ਦੇ ਜੱਟਾਂ ਬਾਰੇ ਵੀ, ਲੋਕਾਂ ਬਾਰੇ ਵੀ, ਕਿਸਾਨਾਂ ਬਾਰੇ ਵੀ ਕਹਾਣੀਆਂ ਲਿਖੀਆਂ ਜਾ ਸਕਦੀਆਂ ਨੇ। ਤੇ ਇਹ ਵੀ ਉਹਨਾਂ ਨੇ ਤਸਲੀਮ ਕੀਤਾ ਹੈ ਕਿ ਜਿਹੜੀ ਚਾਚਾ ਕਹਾਣੀ ਹੈ ਉਹਨਾਂ ਦੀ, ਉਹ ਕਿਸੇ ਅੰਗਰੇਜ਼ੀ ਕਹਾਣੀ ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਸੀ, ਲੇਕਿਨ ਉਹਨਾਂ ਦੀਆਂ ਕਹਾਣੀਆਂ ਜਿਸ ਤਰ੍ਹਾਂ ਖੱਬਲ ਹੈ, ਧਰਤੀ ਹੇਠਲਾ ਬਲਦ ਹੈ, ਤੇ ਜਾਂ ਉਹ ਇੱਕ ਫੌਜੀ ਉਹ ਛੁੱਟੀ ਆਉਂਦਾ ਕੀ ਉਹ ਕਹਾਣੀ ਹੈ ਧਰਤੀ ਹੇਠਲਾ ਬਲਦ, ਇੰਨਾ ਵਧੀਆ ਖੂਬਸੂਰਤ ਉਹਨਾਂ ਨੇ ਪਿੰਡਾਂ ਦੇ ਲੋਕਾਂ ਦਾ ਮਾਨਸਿਕ ਵਰਣਨ। ਆਮ ਤੌਰ 'ਤੇ ਸਮਝਿਆ ਜਾਂਦਾ ਸੀ ਕਿ ਪੇਂਡੂ ਲੋਕ ਜਿਹੜੇ ਹੈਗੇ ਉਹ ਬਾਹਰੀ ਜੀਵਨ ਜਿਉਂ ਰਹੇ ਨੇ, ਉਹਨਾਂ ਦਾ ਮਨ ਜਿਹੜਾ ਹੈਗਾ, ਮਨ ਦਾ ਬਹੁਤਾ ਚਿਤਰਨ ਇਹਨਾਂ ਕਹਾਣੀਆਂ ਦੇ ਵਿੱਚ, ਸੇਖੋਂ ਦੀਆਂ ਕਹਾਣੀਆਂ ਦੇ ਵਿੱਚ ਨਹੀਂ ਹੋਇਆ। ਲੇਕਿਨ ਕੁਲਵੰਤ ਸਿੰਘ ਵਿਰਕ ਨੇ ਇੱਕ ਅਜਿਹਾ ਟਰਨਿੰਗ ਪੁਆਇੰਟ ਪੰਜਾਬੀ ਕਹਾਣੀ ਨੂੰ ਦਿੱਤਾ, ਜਿਹੜਾ ਕਿ ਉਦੋਂ ਬਾਅਦ ਜਿਹੜੇ ਲੇਖਕ ਆਏ ਤੀਜੀ ਪੀੜ੍ਹੀ ਦੇ, ਉਹਨਾਂ ਨੇ ਉਹਦਾ ਅਨੁਸਰਨ ਨਹੀਂ ਕੀਤਾ ਤੇ ਪਿੰਡ ਦੇ ਵਿੱਚ ਜਿਹੜੀਆਂ ਬਰੀਕੀਆਂ ਨੇ, ਜਟਲਤਾਵਾਂ ਨੇ, ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਸਿੱਧੂ ਸਾਹਿਬ, ਜਿਸ ਤਰ੍ਹਾਂ ਜ਼ਿਕਰ ਹੋ ਰਿਹਾ ਹੈ ਕਿ ਵੀ ਜਿਹੜਾ ਹੈ ਪਿੰਡ ਦਾ ਇਸ ਕਿਸਮ ਦਾ ਵਰਣਨ ਵਿਰਕ ਨਾਲ ਉਹ ਆਪਣੇ ਕਾਫੀ ਸਿਖਰ ਤੇ ਪਹੁੰਚਿਆ ਹੋਇਆ,
ਸਾਨੂੰ ਦਿਸਦਾ ਹੈ। ਤਾਂ ਉਸ ਤੋਂ ਬਾਅਦ ਅਸੀਂ ਇਹ ਵੇਖਦੇ ਹਾਂ ਕਿ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਪੂੰਜੀਵਾਦ ਦੀ ਕਦਰਾਂ ਕੀਮਤਾਂ ਦਾ ਪਸਾਰਾ ਵਧੇਰੇ ਹੁੰਦਾ ਜਾਂਦਾ ਹੈ, ਤਾਂ ਉਸੇ ਤਰ੍ਹਾਂ ਜਿਹੜਾ ਹੈਗਾ ਪਿੰਡ ਹੌਲੀ ਹੌਲੀ ਜਿਹੜਾ ਹੈ ਉਹ ਪੰਜਾਬੀ ਗਲਪ ਦੇ ਵਿੱਚੋਂ ਜਾਂ ਕਹਾਣੀ ਦੇ ਵਿੱਚੋਂ ਥੋੜਾ ਖਾਰਜ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ। ਤਾਂ ਇਹ ਇੱਕ ਤਰ੍ਹਾਂ ਦੀ ਵਿਡੰਬਨਾ ਹੀ ਦੇਖੋ ਤੁਸੀਂ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਗਲੋਬਲ ਵਿਲੇਜ ਪੂਰਾ ਸੰਸਾਰ ਪਿੰਡ ਬਣ ਗਿਆ, ਤੇ ਦੂਜੇ ਪਾਸੇ ਜਿਹੜਾ ਸਾਡਾ ਉਹ ਗਲਪ ਹੈ ਜਾਂ ਕਹਾਣੀ ਹੈ ਉਹਦੇ ਚੋਂ ਪਿੰਡ ਸਾਡਾ ਜਿਹੜਾ ਹੈ ਉਹ ਹੌਲੀ ਹੌਲੀ ਅਲੋਪ ਹੋਣਾ ਸ਼ੁਰੂ ਹੋ ਗਿਆ। ਤਾਂ ਇਸ ਸਾਰੇ ਸੀਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ ਪੰਜਾਬੀ ਕਹਾਣੀ ਦੇ ਹਵਾਲੇ ਨਾਲ? ਮੇਰੇ ਵਿਚਾਰ ਅਨੁਸਾਰ ਧਾਲੀਵਾਲ ਸਾਹਿਬ, ਜਿਹੜਾ ਪਿੰਡ ਹੈ ਇਹ ਸੜਕਾਂ ਰਾਹੀਂ ਸ਼ਹਿਰ, ਟੈਕਨੋਲੋਜੀ ਰਾਹੀਂ ਇਹਦੇ ਵਿੱਚ, ਤੇ ਹੋਰ ਜਿਹੜੇ ਸਾਡੇ ਦੇਸ਼ ਦੇ ਵਿਕਸਿਤ ਸਾਧਨ ਨੇ ਉਹਨਾਂ ਦੇ ਰਾਹੀਂ, ਤੇ ਹੁਣ ਤਾਂ ਹੋਰ ਵੀ ਇੱਕ ਵੱਡੀ ਗੱਲ ਇਹ ਹੈ ਕਿ ਸਾਡੇ ਜਿਹੜੇ ਪ੍ਰਵਾਸੀ ਹੋ ਗਏ ਪਿੰਡਾਂ ਦੇ ਵਿੱਚੋਂ ਲੋਕ ਜਾ ਕੇ, ਤੇ ਟੈਕਨੀਕਲ ਸਾਧਨਾਂ ਕਰਕੇ ਜਾਂ ਹੋਰ ਅਸੀਂ ਇੱਕ ਦੂਜੇ ਦੇ ਬਹੁਤ ਨੇੜੇ ਆ ਗਏ। ਇਹਨੇ ਸਾਰੀਆਂ ਚੀਜ਼ਾਂ ਨੂੰ ਸਾਡੀ ਰਹਿਤ ਬਹਿਤ ਨੂੰ ਤਾਂ ਬਦਲਿਆ ਹੀ ਹੈ, ਸਾਡੀਆਂ ਮਾਨਤਾਵਾਂ ਤੇ ਵੀ ਬਹੁਤ ਵੱਡਾ ਪ੍ਰਭਾਵ ਪਾਇਆ ਹੈ। ਤੇ ਇਹ ਸਾਹਿਤ ਦੇ ਵਿੱਚ ਹਜੇ ਇਹਨਾਂ ਨੂੰ ਚਿੱਤਰਨ ਦੇ ਲਈ ਕੁਝ ਵਕਤ ਲੱਗਦਾ ਹੈ। ਸਾਹਿਤ ਜਿਹੜਾ ਨਾ ਕਿ ਫੌਰੀ ਪ੍ਰਭਾਵਾਂ ਨੂੰ ਆਮ ਤੌਰ ਤੇ ਜੇ ਅਸੀਂ ਚਿੱਤਰੀਏ ਉਹ ਜਜ਼ਬਾਤੀ ਜਾਂ ਉਤੇਜਕ ਗੱਲਾਂ ਹੋ ਕੇ ਰਹਿ ਜਾਂਦੀਆਂ ਨਾ, ਕੁਝ ਸਮਾਂ ਲੇਖਕ ਨੂੰ ਉਹ ਸਭ ਕੁਝ ਪਹੁੰਚਾਉਣ ਲਈ ਲੱਗਦਾ ਹੈ। ਇਹ ਵੀ ਵਰਣਨ ਸਾਡੇ ਸਾਹਿਤ ਵਿੱਚ ਆਊਗਾ, ਪਰ ਜਿੱਥੋਂ ਤੱਕ ਹੁਣ ਦੇ ਨਵੇਂ ਕਹਾਣੀਕਾਰਾਂ ਦਾ ਉਹਨਾਂ ਨੇ ਆਪਣੀ ਪਰੰਪਰਾ ਨੂੰ ਨਿਭਾਉਂਦਿਆਂ ਹੋਇਆਂ ਇਹ ਵਾਅਦਾ ਕੀਤਾ ਹੈ ਕਿ ਇੱਕ ਤਾਂ ਜਿਹੜੇ ਆਦਰਸ਼ਵਾਦੀ ਉਹ ਸੀ ਜਲਾਲ ਵਾਲੇ ਪਾਤਰ ਸੀਗੇ, ਜਾਂ ਸਾਨੂੰ ਅੱਡ ਪਤਾ ਲੱਗਦਾ ਸੀ ਵੀ ਆਹ ਕਹਾਣੀ ਦਾ ਮੁੱਖ ਪਾਤਰ ਹੈ, ਉਹ ਘਟਿਆ ਬਹੁਤ। ਕਹਾਣੀ ਤੇ ਲੇਖਕ ਦੇ ਵਿੱਚ ਬਿੱਥ ਬਣੀ ਹੈ, ਤੇ ਉਹ ਜਿਹੜੀਆਂ ਸਥਿਤੀਆਂ ਨੂੰ ਉਹਨਾਂ ਨੂੰ ਸਹਿਜ ਢੰਗ ਨਾਲ ਚਿੱਤਰਨ ਦਾ ਪ੍ਰਯਾਸ ਕਰਨ ਲੱਗਿਆ, ਜਿਹਦੇ ਕਾਰਨ ਉਹ ਕਿਸੇ ਜੀਵਨ ਦੇ ਇੱਕ ਪੱਖ ਨੂੰ ਚਿੱਤਰਨ ਦੀ ਥਾਂ ਉਹਦੇ ਬਹੁਤ ਸਾਰੇ ਪੱਖਾਂ ਨੂੰ ਚਿੱਤਰਦਾ। ਇਸ ਨਾਲ ਬਹੁਤ ਭਰਤੀ ਕਹਾਣੀਆਂ ਸਾਡੇ ਵਿੱਚ ਨਵੇਂ ਇਹਦੇ ਵਿੱਚ ਸਿੱਧੂ ਸਾਹਿਬ ਮੈਂ ਇੱਕ ਗੱਲ ਜੋੜਨੀ ਚਾਹੁੰਦਾ। ਹੁਣ ਪਿੰਡ ਜਿਹੜਾ ਹੈ ਉਹ ਸਵੈ ਨਿਰਭਰ ਨਹੀਂ ਰਿਹਾ। ਮੈਂ ਦੇਖਿਆ ਕਿ ਪਿੰਡ ਦੇ ਬਹੁਤੇ ਅੱਧਾ ਪਿੰਡ ਜਿਹੜਾ ਹੈ ਉਹ ਸ਼ਹਿਰ ਦੇ ਵਿੱਚ ਕਿਵੇਂ ਦਾ ਕਿਵੇਂ ਆਉਂਦਾ, ਚਾਹੇ ਉਹਨੇ ਡੀਜ਼ਲ ਲੈਣਾ ਹੋਵੇ, ਚਾਹੇ ਕੋਈ ਸਪੇਅਰ ਪਾਰਟਸ ਲੈਣਾ ਹੋਵੇ, ਤੇ ਪਿੰਡ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਇੱਕ ਆਈਸੋਲੇਟਡ ਪੁਆਇੰਟ ਨਹੀਂ ਰਿਹਾ। ਜਿਸ ਤਰ੍ਹਾਂ ਕਿ ਬਲਵੰਤ ਗਾਰਗੀ ਦੀਆਂ ਕਹਾਣੀਆਂ ਦੇ ਵਿੱਚ ਪਿੰਡ ਇਸ ਤਰ੍ਹਾਂ ਦਾ ਪੇਸ਼ ਹੋਇਆ ਕਿ ਸ਼ਾਇਦ ਉੱਥੇ ਜੀ ਬੜੇ ਕੀ ਆਦਮ ਵਰਜਤ ਰਿਸ਼ਤੇ ਨਿਭਾਏ ਜਾ ਰਹੇ ਰੋਮਾਂਟਿਕ ਜਿਹੜਾ ਪਿੰਡ ਬਾਰੇ ਇੱਕ ਦ੍ਰਿਸ਼ਟੀ ਹੈ ਉਸ ਤਰ੍ਹਾਂ ਦੇ। ਆਪਣੇ ਗਰੇਵਾਲ ਸਾਹਿਬ, ਮੈਂ ਤੁਹਾਡੇ ਤੋਂ ਜਿਹੜਾ ਹੈ ਪ੍ਰੇਮ ਪ੍ਰਕਾਸ਼ ਦੇ ਖਾਸ ਤੌਰ ਤੇ ਹਵਾਲੇ ਨਾਲ ਗੱਲ ਸ਼ੁਰੂ ਕਰਨੀ ਚਾਹੁੰਦਾ ਕਿ 1980-81 ਦੇ ਨੇੜੇ ਤੇੜੇ ਜਦੋਂ ਕਿ ਪ੍ਰੇਮ ਪ੍ਰਕਾਸ਼ ਕਹਾਣੀਕਾਰ ਦੇ ਤੌਰ ਤੇ ਚਰਚਿਤ ਹੁੰਦਾ ਹੈ, ਤਾਂ ਨਾਲ ਹੀ ਇੱਕ ਗੱਲ ਚਰਚਿਤ ਇਹ ਹੁੰਦੀ ਹੈ ਕਿ ਜਿਹੜਾ ਸ਼ਹਿਰੀ ਮੱਧ ਵਰਗ ਹੈ ਖਾਸ ਤੌਰ ਤੇ ਉਹਨੂੰ ਉਹ ਆਪਣੀਆਂ ਕਹਾਣੀਆਂ ਦੇ ਕੇਂਦਰ ਦੇ ਵਿੱਚ ਰੱਖ ਕੇ ਚਿਤਰਨਾ ਸ਼ੁਰੂ ਕਰਦਾ। ਹਾਲਾਂਕਿ ਇਹ ਨਹੀਂ ਕਿ ਵੀ ਉਹਨਾਂ ਨੇ ਪਿੰਡ ਬਾਰੇ ਕਹਾਣੀਆਂ ਨਹੀਂ ਲਿਖੀਆਂ, ਪਰ ਪਿੰਡ ਨੂੰ ਵੀ ਉਹਨਾਂ ਦੀ ਦ੍ਰਿਸ਼ਟੀ ਇੱਕ ਖਾਸ ਤਰ੍ਹਾਂ ਨਾਲ ਵੱਖਰੇ ਕੋਣ ਤੋਂ ਖੜ ਕੇ ਦੇਖਦੀ ਹੈ। ਉਸ ਵੇਲੇ ਤੋਂ ਜਿਹੜੀ ਇੱਕ ਤਬਦੀਲੀ ਦਾ ਦੌਰ ਸਾਡੇ ਆਰੰਭ ਹੁੰਦਾ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪਿੰਡ ਪ੍ਰਤੀ ਬਦਲਦੀ ਹੋਈ ਦ੍ਰਿਸ਼ਟੀ ਜਿਹੜੀ ਹੈ ਸਾਡੀ। ਮੈਂ ਨਰਾਲਾ ਸਾਹਿਬ ਉਹਨਾਂ ਦੀ ਗੱਲ ਨਾਲ ਇਸ ਮਾਮਲੇ 'ਚ ਬਿਲਕੁਲ ਸਹਿਮਤ ਹੈ ਕਿ ਅਸੀਂ ਨਾ ਕਹਾਣੀਆਂ 'ਚੋਂ ਪੁਰਾਣਾ ਪਿੰਡ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਪਿੰਡ ਵੀ ਬਦਲ ਗਿਆ ਹੋਇਆ ਹੈ, ਸਮੱਸਿਆਵਾਂ ਵੀ ਬਦਲ ਗਈਆਂ ਹੋਈਆਂ ਨੇ। ਜਿੱਥੋਂ ਤੱਕ ਪ੍ਰੇਮ ਪ੍ਰਕਾਸ਼ ਉਹਨਾਂ ਦਾ ਸੰਬੰਧ ਹੈ, ਜਦੋਂ ਅਸੀਂ ਇਹ ਦੇਖਦੇ ਹਾਂ ਕਿ ਆਜ਼ਾਦੀ ਆਉਂਦੀ ਹੈ, ਆਜ਼ਾਦੀ ਨਾਲ ਕੁਝ ਸੁਪਨੇ ਆਉਂਦੇ ਨੇ, ਉਹ ਸੁਪਨੇ ਪੂਰੇ ਹੋਣ ਦੀ ਇੱਕ ਉਮੀਦ ਜਾਗਦੀ ਹੈ ਤੇ ਇੱਕ ਸਮਾਂ ਮਿਲਦਾ ਹੈ ਉਹਨੂੰ, ਪਰੰਤੂ ਉਸ ਸਮੇਂ 'ਚ ਸਧਾਰਨ ਮਨੁੱਖ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਨਹੀਂ ਹੁੰਦੇ, ਜਿਹਦੇ ਫਿਰ ਬਦਲ ਵਜੋਂ ਇੱਕ ਸਿਸਟਮ ਦੀ ਆਸ ਲੈ ਕੇ ਪ੍ਰਗਤੀਵਾਦੀ ਦੌਰ ਆਉਂਦਾ, ਜਿਹਦੇ 'ਚ ਪੰਜਾਬ 'ਚ ਬਹੁਤ ਕੁਝ ਨਕਸਲਵਾੜੀ ਦੌਰ ਨਾਲ ਜੁੜੀਆਂ ਹੋਈਆਂ ਗੱਲਾਂ ਵਾਪਰਦੀਆਂ ਨੇ, ਤੇ ਉਹ ਸਾਡਾ ਸਾਹਿਤ ਵੀ ਉਹਨਾਂ ਨੂੰ ਫੜਦਾ ਹੈ। ਪਰੰਤੂ ਜਦੋਂ ਉਹ ਵੀ ਗੱਲ ਕਿਸੇ ਕੰਢੇ ਨਹੀਂ ਲੱਗਦੀ, ਤਾਂ ਨਿਸ਼ਚਿਤ ਤੌਰ ਤੇ ਮਨੁੱਖ ਹੈ ਜਿਹੜਾ ਉਹ ਬਾਹਰੀ ਵਰਤਾਰਿਆਂ ਦੀ ਜਗ੍ਹਾ ਕਾਰਨ ਅਤੇ ਜਿਹੜੇ ਸਾਧਨ ਨੇ ਉਹ ਅੰਦਰੋਂ ਤਲਾਸ਼ਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਸਮਝਦਾ ਕਿ ਜਦੋਂ ਪ੍ਰੇਮ ਪ੍ਰਕਾਸ਼ ਹੁਣੀ ਪੰਜਾਬੀ ਸਾਹਿਤ ਕਹਾਣੀ ਦੇ ਪਿੜ 'ਚ ਆਉਂਦੇ ਨੇ,
ਤਾਂ ਉਹ ਬੰਦੇ ਦੇ ਅੰਦਰੋਂ ਉਹਨਾਂ ਵਾਪਰਦੇ ਵਰਤਾਰਿਆਂ ਦੀਆਂ ਜਿਹੜੀਆਂ ਡਾਈਮੈਂਸ਼ਨਸ ਨੇ, ਪਰਤਾਂ ਬੜਾ ਨੇ, ਵਧੀਆ ਉਹ ਫੋਲਦੇ ਨੇ। ਬੜਾ ਵਧੀਆ ਜਿਹੜਾ ਇਸ ਨੁਕਤਾ, ਲਈ ਕਹਾਣੀ ਹੈ ਜਿਹੜੀ ਉਹ ਥੋੜੀ ਅੰਤਰਮੁਖੀ ਹੋ ਜਾਂਦੀ ਹੈ। ਪ੍ਰੇਮ ਪ੍ਰਕਾਸ਼ ਉਹਨਾਂ ਦੀ ਬੜਾ ਵਧੀਆ ਨੁਕਤਾ ਸਾਡੇ ਸਾਹਮਣੇ ਤੁਸੀਂ ਉਠਾਇਆ, ਉਹ ਇਹ ਕਿ ਜਦੋਂ ਬੰਦਾ ਆਪਣੀਆਂ ਸਮੱਸਿਆਵਾਂ ਦੇ ਜਿਹੜੇ ਹੱਲ ਹੈ ਉਹ ਬਾਹਰੀ ਜੀਵਨ, ਬਾਹਰੀ ਗੱਲਾਂ ਚੋਂ ਲੱਭਣ ਦੇ ਨਾਲ ਨਾਲ ਇਸ ਗੱਲ ਵੱਲ ਤੁਰਦਾ ਹੈ ਕਿ ਵੀ ਇਹ ਮੇਰੇ ਅੰਦਰ ਤਾਂ ਨਹੀਂ ਕਿਤੇ ਪਏ ਇਹਦੇ ਹੱਲ, ਤੇ ਮੁਕਤੀ ਕਿੱਥੇ ਪਈ ਹੈ। ਮੁਕਤੀ ਪ੍ਰੇਮ ਪ੍ਰਕਾਸ਼ ਦਾ ਮੇਨ ਬਣਦਾ ਹੈ, ਉਸ ਵੇਲੇ ਮੁੱਖ ਉਹਦਾ ਮੋਟਿਵ ਬਣਦਾ, ਮੁਕਤੀ ਦੀ ਤਲਾਸ਼ ਜਿਹੜੀ ਹੈ ਉਹਦੀਆਂ ਕਹਾਣੀਆਂ ਕਰਦੀਆਂ। ਤਾਂ ਹੁਣ ਅਸੀਂ ਸਿੱਧਾ ਹੀ ਜਿਹੜਾ ਹੈਗਾ ਸਿੱਧੂ ਸਾਹਿਬ ਉਸ ਪੁਆਇੰਟ ਤੇ ਆਈਏ ਕਿ ਜਿਹਦਾ ਅੱਜ ਕੱਲ੍ਹ ਚਰਚਾ ਹੈ, ਜਿਸ ਤਰ੍ਹਾਂ ਹਰ ਗੱਲ ਨੂੰ ਵਿਸ਼ਵੀਕਰਨ ਨਾਲ ਜੋੜ ਕੇ ਵੇਖਿਆ ਜਾਣ ਲੱਗ ਪਿਆ ਕਿ ਵਿਸ਼ਵੀਕਰਨ ਨਾਲ ਜਿਹੜਾ ਹੈ ਉਹ ਸਾਡੀ ਸਾਰਿਆਂ ਦੀ ਦ੍ਰਿਸ਼ਟੀ ਬਦਲ ਗਈ ਹੈ। ਅਸੀਂ ਉਪਭੋਗੀ ਮਨੁੱਖ ਵਾਂਗ ਸਾਨੂੰ ਪ੍ਰਭਾਸ਼ਿਤ ਕੀਤਾ ਜਾਣਾ ਸ਼ੁਰੂ ਕਰਤਾ। ਕਦਰਾਂ ਕੀਮਤਾਂ ਦੇ ਟੁੱਟਣ ਦੀ ਬਹੁਤ ਗੱਲ ਕੀਤੀ ਜਾਂਦੀ, ਖਾਸ ਤੌਰ ਤੇ ਸਾਡਾ ਜਿਹੜਾ ਪੇਂਡੂ ਦ੍ਰਿਸ਼ਟੀ ਵਾਲਾ ਸਮਾਜ ਸੀ, ਜਿਹਨੂੰ ਲੱਗਦਾ ਹੈ ਕਿ ਸਾਡੀ ਪਰੰਪਰਾ, ਸਾਡਾ ਸੱਭਿਆਚਾਰ ਜਿਹੜਾ ਸਾਰਾ ਕੁਝ ਸ਼ਾਇਦ ਤਹਿਸ ਨਹਿਸ ਹੋਣ ਵੱਲ ਤੁਰ ਪਿਆ। ਇਸ ਕਿਸਮ ਦੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ। ਤੁਸੀਂ ਇਸ ਨੂੰ ਕਿਵੇਂ ਲੈਂਦੇ? ਤੁਹਾਨੂੰ ਕੀ ਲੱਗਦਾ ਕਿ ਵੀ ਬਿਲਕੁਲ ਹੀ ਅਸੀਂ ਤਹਿਸ ਨਹਿਸ ਕਰਨ ਵੱਲ ਹੀ ਤੁਰ ਪਏ ਹਾਂ ਕਿ ਵੀ ਇਹ ਇੱਕ ਨਵਾਂ ਕੋਈ ਸਾਡੇ ਵਾਸਤੇ ਦਾ ਕੋਈ ਹਾਂ ਪੱਖੀ ਪਹਿਲੂ ਵੀ ਹੈ? ਮਨੁੱਖ ਇੱਕ ਅਜਿਹਾ ਜੀਵ ਹੈ ਜਿਹਨੂੰ ਕਦੇ ਤਹਿਸ ਨਹਿਸ ਨਹੀਂ ਕੀਤਾ ਜਾ ਸਕਦਾ। ਦੀ ਓਲਡ ਮੈਨ ਐਂਡ ਦੀ ਸੀ, ਜਿਹੜਾ ਹੈਮਿੰਗਵੇ ਦਾ ਨਾਵਲ ਇੰਨਾ ਪ੍ਰਸਿੱਧ ਹੋਇਆ, ਉਹ ਵੀ ਇਹੀ ਸੰਦੇਸ਼ ਦਿੰਦਾ ਹੈ ਕਿ ਸੰਘਰਸ਼ ਆਉਂਦੇ ਨੇ, ਮਨੁੱਖ ਅੱਗੇ ਚੈਲੰਜ ਆਉਂਦੇ ਨੇ, ਉਹਨਾਂ ਦੇ ਨਾਲ ਉਹ ਉਹਨਾਂ ਤੋਂ ਹਾਰਦਾ ਵੀ ਹੈ, ਜਿੱਤਦਾ ਵੀ ਹੈ, ਡਿੱਗਦਾ ਵੀ ਹੈ, ਉੱਠਦਾ ਵੀ ਹੈ। ਕੀ ਪੰਜਾਬੀ ਕਹਾਣੀ ਇਸ ਡਿੱਗਦੇ ਉੱਠਦੇ ਮਨੁੱਖ ਦੀ ਗੱਲ ਕਰਦੀ ਹੈ? ਮੈਨੂੰ ਪ੍ਰੇਮ ਪ੍ਰਕਾਸ਼ ਹੋਰੀ ਸਾਡੇ ਜਿਹੜੇ, ਜਿਵੇਂ ਹੁਣੇ ਤੁਸੀਂ ਗੱਲ ਕਰ ਰਹੇ ਸੀ, ਬਹੁਤ ਵਧੀਆ ਉਹਨਾਂ ਨੇ ਕਹਾਣੀਆਂ ਲਿਖੀਆਂ ਨੇ, ਮਨੁੱਖੀ ਭਾਵਨਾਵਾਂ ਨੂੰ ਫੜਿਆ। ਪਰ ਮੈਨੂੰ ਉਹਨਾਂ ਵਿੱਚ ਇਹੀ ਇੱਕ ਦੋਸ਼ ਲੱਗਿਆ ਸੀ, ਚਾਹੇ ਇਹ ਤੁਸੀਂ ਅੰਤਰਮੁਖਤਾ ਕਹਿ ਲਓ ਜਾਂ ਹੋਰ, ਉਹਨਾਂ ਦੇ ਜਿਹੜੇ ਪਾਤਰ ਨੇ ਜੰਗਲ ਵਿੱਚੋਂ ਆਪਣੀ ਯਾਤਰਾ ਸ਼ੁਰੂ ਕਰਦੇ ਨੇ ਤੇ ਜੰਗਲ ਵਿੱਚ ਹੀ ਖਤਮ ਕਰ ਦਿੰਦੇ ਨੇ। ਮੈਂ ਆਪ ਬਹੁਤ ਕਾਮਰੇਡ ਵਿਚਾਰਾਂ ਦਾ ਨਹੀਂ, ਪਰ ਮੇਰਾ ਇਹ ਵਿਸ਼ਵਾਸ ਹੈ ਕਿ ਮਨੁੱਖ ਦੀ ਜਿਹੜੀ ਮਾਨਵਵਾਦੀ ਦ੍ਰਿਸ਼ਟੀ ਹੈ, ਲੇਖਕ ਕੋਲੋਂ ਪਾਠਕ ਹਮੇਸ਼ਾ ਇੱਕ ਕਿਰਨ ਦੀ ਆਸ ਰੱਖਦਾ ਹੈ। ਚਾਹੇ ਕਿੰਨਾ ਹੀ ਹਨੇਰਾ ਹੋਵੇ, ਕਿੰਨਾ ਹੀ ਜ਼ੁਲਮ ਹੋਵੇ, ਕਿੰਨਾ ਹੀ ਕੁਛ ਵੀ ਹੋਵੇ, ਉਹਦੀ ਕਹਾਣੀ ਹੈ ਜਿਹੜੀ ਉਹਨੂੰ ਉਂਗਲ ਫੜ ਕੇ ਜਾਂ ਕਵਿਤਾ ਉਹਨੂੰ ਉਸ ਅੰਧੇਰੇ ਚੋਂ ਬਾਹਰ ਲਿਜਾਵੇ, ਉਹਨਾਂ ਵਿਕਰਾਲ ਪਰਿਸਥਿਤੀਆਂ ਨੂੰ ਨਾਲ ਸੰਘਰਸ਼ ਕਰੇ ਤੇ ਗਾਹਾਂ ਵਧੇ। ਸੋ ਮੇਰੇ ਜਿਸ ਤਰ੍ਹਾਂ ਤੁਸੀਂ ਇੱਕ ਆਸ਼ਾਵਾਦ ਦੀ ਵੱਲ ਨੂੰ ਤੁਰੇ ਆ ਕਰ ਗਰੇਵਾਲ ਸਾਹਿਬ, ਮੈਂ ਤੁਹਾਡੇ ਤੋਂ ਇੱਕ ਬਹੁਤ ਹੀ ਸੰਖੇਪ ਦੇ ਵਿੱਚ ਇੱਕ ਇਹ ਪ੍ਰਸ਼ਨ ਦਾ ਉੱਤਰ ਚਾਹੁੰਦਾ ਕਿ ਕੀ ਜਿਹੜਾ ਜਿਸ ਤਰ੍ਹਾਂ ਕਿਹਾ ਜਾਂਦਾ ਸੀਗਾ ਕਿ ਪੰਜਾਬੀ ਪਾਠਕ ਸਿਰਫ ਪੇਂਡੂ ਜਨਜੀਵਨ ਦੇ ਬਾਰੇ ਜੋ ਲਿਖੀ ਰਚਨਾ ਉਹਨੂੰ ਜ਼ਿਆਦਾ ਹੁੰਗਾਰਾ ਭਰਦਾ ਹੈ, ਕੀ ਇਹ ਗੱਲ ਤੁਹਾਨੂੰ ਹੁਣ ਇਸ ਵੇਲੇ ਦੇ ਪ੍ਰਸੰਗ 'ਚ ਠੀਕ ਲੱਗਦੀ? ਮੈਂ ਇਸੇ ਪ੍ਰਸੰਗ 'ਚ ਗੱਲ ਕਰਨ ਲੱਗਿਆ ਸੀ ਸਿੱਧੂ ਸਾਹਿਬ ਵਾਲੀ ਗੱਲ ਤੋਂ ਬਾਅਦ ਕਿ ਜਦੋਂ ਤੁਸੀਂ ਗਲੋਬਲਾਈਜੇਸ਼ਨ ਦੀ ਗੱਲ ਕਰਦੇ ਹੋ, ਚੀਜ਼ਾਂ ਹੀ ਨਹੀਂ ਆਉਂਦੀਆਂ, ਉਹ ਨਾਲ ਆਪਣਾ ਕਲਚਰ ਲੈ ਕੇ ਵੀ ਆਉਂਦੀਆਂ ਨੇ। ਬਾਬਾ ਨਾਨਕ ਤਾਂ ਮਤਲਬ ਬਹੁਤ ਸ਼ਾਨਦਾਰ ਢੰਗ ਨਾਲ ਕਹਿੰਦੇ ਨੇ, ਬੋਲੀ ਅਵਰ ਤੁਮਾਰੀ। ਜਦੋਂ ਤੁਹਾਡੀ ਭਾਸ਼ਾ ਬਦਲ ਜਾਂਦੀ ਹੈ, ਜਦੋਂ ਤੁਹਾਡਾ ਰਹਿਣ ਸਹਿਣ ਬਦਲ ਜਾਂਦਾ ਹੈ, ਤਾਂ ਨਿਸ਼ਚਿਤ ਤੌਰ ਤੇ ਜਿਹੜੀਆਂ ਚੀਜ਼ਾਂ ਤੁਹਾਡੀ ਸੋਚ ਦੇ ਕੇਂਦਰ 'ਚ ਰਹਿੰਦੀਆਂ ਨੇ, ਜਿਹੜੀਆਂ ਤੁਸੀਂ ਪੜ੍ਹਨੀਆਂ ਚਾਹੁੰਦੇ ਹੋ, ਜਿਹੜੀਆਂ ਤੁਸੀਂ ਬਦਲੀਆਂ ਦੇਖਣਾ ਚਾਹੁੰਦੇ ਹੋ, ਉਹ ਉਸੇ ਤਰ੍ਹਾਂ ਦੀਆਂ ਨਹੀਂ ਰਹਿੰਦੀਆਂ। ਗਲੋਬਲਾਈਜੇਸ਼ਨ ਨੇ ਇਹ ਕੀਤਾ ਹੈ ਕਿ ਸਾਡੇ ਸੁਪਨੇ, ਸਾਡੇ ਅਕੀਦੇ, ਸਾਡੀਆਂ ਕਦਰਾਂ ਕੀਮਤਾਂ ਬਦਲਦੀਆਂ। ਨਿਸ਼ਚਿਤ ਤੌਰ ਤੇ ਸਾਹਿਤ ਪ੍ਰਤੀ ਵੀ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਜਾਂ ਹੁਣ ਦਾ ਯੁੱਗ ਹੈ, ਇਹ ਨਵੀਆਂ ਚੀਜ਼ਾਂ ਜਿਹੜੀਆਂ ਹੁਣ ਦੇ ਯੁੱਗ ਨਾਲ ਰਲਦੀਆਂ ਹੋਣ ਤੇ ਉਹਨਾਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਹੋਣ ਜਿਹੜੀਆਂ ਹੁਣ ਸਾਡੇ ਸੋਚਾਂ 'ਚ ਹੈਗੀਆਂ, ਉਹਨੂੰ ਪਸੰਦ ਕਰਨ। ਨਰਾਲਾ ਸਾਹਿਬ, ਜਿਸ ਤਰ੍ਹਾਂ ਇਹਨਾਂ ਨੇ ਇਸ਼ਾਰਾ ਕੀਤਾ ਕਿ ਵੀ ਕਿਉਂਕਿ ਸਾਰਾ ਕੁਝ ਬਦਲ ਹੀ ਗਿਆ, ਪਾਠਕ ਦੀ ਦ੍ਰਿਸ਼ਟੀ ਵੀ ਜਿਹੜੀ ਹੈਗੀ ਆ ਉਹ ਕੁਦਰਤੀ ਹੈ ਕਿ ਵੀ ਬਦਲਦੀ ਹੈ, ਤਾਂ ਜੇ ਇਹਨੂੰ ਸਪਸ਼ਟ ਰੂਪ 'ਚ ਕਹਿਣਾ ਹੋਵੇ ਤਾਂ ਥੋੜ੍ਹਾ ਜਿਹਾ ਅੰਗਰੇਜ਼ੀ ਵੱਲ ਜਿਹੜਾ ਰੁਝਾਨ ਉਹ ਵਧਿਆ ਨਵੀਂ ਪੀੜ੍ਹੀ ਦਾ। ਕੀ ਨਵੀਂ ਪੀੜ੍ਹੀ ਦਾ ਪਾਠਕ ਜਿਹੜਾ ਹੈਗਾ ਉਹ ਪੰਜਾਬੀ ਸਾਹਿਤ ਨੂੰ ਜਾਂ ਪੰਜਾਬੀ ਕਹਾਣੀ ਵੱਲ ਉਹ ਥੋੜ੍ਹਾ ਜਿਹਾ ਐ ਨਹੀਂ ਲੱਗਦਾ ਕਿ ਬੇਮੁਖ ਹੋ ਰਿਹਾ? ਨਹੀਂ, ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜਿਹੜੀ ਕਹਾਣੀ ਵਿਧਾ ਹੈ ਉਹ ਬਹੁਤ ਲੋਕਪ੍ਰਿਯ ਹੈ। ਬਹੁਤ ਸਾਰੇ ਅਖਬਾਰਾਂ ਦੇ ਵਿੱਚ, ਮੈਗਜ਼ੀਨਾਂ ਦੇ ਵਿੱਚ ਕਹਾਣੀ ਪੜ੍ਹਾਈ ਜਾ ਰਹੀ ਹੈ ਅਤੇ ਇੱਦਾਂ ਦੀ ਮੇਰੇ ਖਿਆਲ 'ਚ ਕੋਈ ਨਿਰਾਸ਼ਾ ਵਾਲੀ ਗੱਲ ਨਹੀਂ ਹੈ। ਕਹਾਣੀ ਹਮੇਸ਼ਾ ਬਦਲਦੀ ਰਹੀ ਹੈ ਅਤੇ ਅੱਜ ਦੀ ਕਹਾਣੀ ਜਿਹੜੀ ਹੈਗੀ ਉਹ ਪੇਂਡੂ ਹੋਵੇ, ਸ਼ਹਿਰੀ ਹੋਵੇ, ਤਾਂ ਅਸੀਂ ਅਕੈਡਮਿਕ ਲੋੜਾਂ ਕਰਕੇ ਉਹਨੂੰ ਵੰਡ ਲੈਂਦੇ ਹਾਂ। ਉਹ ਮਨੁੱਖ ਦੇ ਉਸ ਹਾਲ ਦੀ ਹੋ ਗਈ ਹੈ ਜਿਹੜੀ ਉਹ ਜ਼ਿੰਦਗੀ ਨੂੰ ਉਹ ਜਿਉਂ ਲਏ।
ਤਾਂ ਇਹ ਤਾਂ ਖੈਰ ਕੁਦਰਤੀ ਹੈ ਕਿ ਵੀ ਜਿਹੜਾ ਮਨੁੱਖ ਹੈ ਉਹ ਕਿਸੇ ਵੀ ਸਾਹਿਤ ਵਿਧਾ, ਚਾਹੇ ਕਹਾਣੀ ਆ ਚਾਹੇ ਨਾਵਲ ਆ, ਉਹਦੇ ਕੇਂਦਰ ਦੇ ਵਿੱਚ ਤਾਂ ਮਨੁੱਖ ਨੇ ਰਹਿਣਾ। ਪਰ ਪੰਜਾਬੀ ਮਨੁੱਖ ਦੀ ਕੁਦਰਤੀ ਹੈ ਕਿ ਵੀ ਬਦਲਦੀ ਹੋਈ ਦ੍ਰਿਸ਼ਟੀ ਹੈ, ਉਹਨੇ ਸਾਰੇ ਸਾਹਿਤ ਵਿਧਾਵਾਂ ਤੇ ਵੀ ਅਸਰ ਪਾਉਣਾ ਹੈ। ਸਿੱਧੂ ਸਾਹਿਬ ਬਹੁਤ ਹੀ ਸੰਖੇਪ ਦੇ ਵਿੱਚ ਮਤਲਬ ਦੱਸੋ ਕਿ ਤੁਸੀਂ ਵੈਸੇ ਪਹਿਲਾਂ ਵੀ ਆਸ਼ਾਵਾਦ ਦੀ ਇਸ ਕਿਸਮ ਦੀ ਗੱਲ ਕੀਤੀ ਹੈ, ਕੀ ਪੰਜਾਬੀ ਕਹਾਣੀ ਦੇ ਵਿੱਚੋਂ ਮੈਨੂੰ ਤਾਂ ਐਂ ਲੱਗਦਾ ਕਿ ਵੀ ਪੰਜਾਬੀ ਜਨ ਜੀਵਨ ਦਾ ਜਿਹੜਾ ਵੇਰਵਾ ਉਹ ਘਟਦਾ ਜਾ ਰਿਹਾ ਤੇ ਅੰਦਰਲੀ ਸਪੇਸ ਦੀ ਗੱਲ ਜ਼ਿਆਦਾ ਹੋਣ ਲੱਗ ਪਈ ਹੈ। ਤਾਂ ਇਹ ਚੰਗੀ ਗੱਲ ਲੱਗਦੀ ਤੁਹਾਨੂੰ ਕਿ ਕਿਸ ਤਰ੍ਹਾਂ ਲੱਗਦੀ ਹੈ? ਜੇਕਰ ਅਸੀਂ ਸਿਰਫ ਬਾਹਰਮੁਖੀ ਗੱਲਾਂ ਕਰੀਏ, ਉਹ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਸਾਡੇ ਅੰਦਰ ਹੀ ਹੁੰਦੀਆਂ ਨੇ ਮਨ ਦੇ। ਜੇ ਕੋਈ ਅਸੀਂ ਕਰਮ ਕਰਦੇ ਹਾਂ, ਕੋਈ ਵੀ ਰਿਐਕਸ਼ਨ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਉਹਦੀ ਜੜ ਸਾਡੇ ਮਨ ਦੇ ਅੰਦਰ ਹੁੰਦੀ ਹੈ। ਇਸ ਦ੍ਰਿਸ਼ਟੀ ਤੋਂ ਹੀ ਮਨੋਵਿਗਿਆਨ ਨੇ ਜਨਮ ਲਿਆ ਤੇ ਇਸ ਦ੍ਰਿਸ਼ਟੀ ਤੋਂ ਮਨੋਵਿਗਿਆਨਕ ਕਹਾਣੀਆਂ ਵੀ, ਸਾਹਿਤ ਵੀ ਲਿਖਿਆ ਗਿਆ। ਪਰ ਮੈਂ ਇਹ ਨਹੀਂ ਮਹਿਸੂਸ ਕਰਦਾ ਜਿਵੇਂ ਤੁਸੀਂ ਕਰਦੇ ਹੋ ਕਿ ਵੀ ਸਾਰੀਆਂ ਅੰਤਰਮੁਖੀ ਕਹਾਣੀਆਂ ਲਿਖੀਆਂ ਜਾ ਰਹੀਆਂ ਨੇ। ਨਹੀਂ, ਇਸ ਤਰ੍ਹਾਂ ਦੀ ਤਾਂ ਖੈਰ ਨਹੀਂ ਗੱਲ ਕਿ ਵੀ ਸਾਰੀਆਂ ਅੰਤਰਮੁਖੀ ਲਿਖੀਆਂ ਜਾ ਰਹੀਆਂ, ਪਰ ਇਸ ਤਬਦੀਲੀ ਨਾਲ ਇਹ ਜ਼ਰੂਰ ਹੈ ਕਿ ਵੀ ਪੰਜਾਬੀ ਕਹਾਣੀ ਦੇ ਵਿੱਚੋਂ ਜਿਹੜਾ ਹੈਗਾ ਉਹ ਜਿਹੜਾ ਬਾਹਰ ਗਹਿਰਾਈ ਆਈ, ਪਰ ਬਾਹਰੀ ਵੇਰਵਾ ਜਿਹੜਾ ਹੈਗਾ ਉਹ ਜੀਵਨ ਦਾ ਉਹ ਘਟਿਆ ਹੈ। ਤਾਂ ਜਿਸ ਤਰ੍ਹਾਂ ਅਸੀਂ ਇਸ ਵਿਸ਼ੇ ਤੇ ਗੱਲ ਕੀਤੀ ਹੈ ਕਿ ਇੱਕ ਪੂਰੀ ਸਦੀ ਦੇ ਦੌਰਾਨ ਅਸੀਂ ਦੇਖਦੇ ਹਾਂ ਕਿ ਪੰਜਾਬੀ ਕਹਾਣੀ ਦੇ ਵਿੱਚ ਜਿਹੜੇ 3-4 ਪੜਾਅ ਆਏ ਹੈ, ਤਾਂ ਉਹਨਾਂ ਦੇ ਵਿੱਚ ਇੱਕ ਇਸ ਕਿਸਮ ਦਾ ਪਰਿਵਰਤਨ ਵੇਖਣ ਨੂੰ ਮਿਲਦਾ ਹੈ ਕਿ ਵੱਖ-ਵੱਖ ਦ੍ਰਿਸ਼ਟੀਆਂ ਤੋਂ ਪਿੰਡ ਦੇ ਵੱਖ-ਵੱਖ ਪੱਖਾਂ ਨੂੰ ਵੇਖਿਆ ਗਿਆ ਹੈ। ਜਿਸ ਤਰ੍ਹਾਂ ਅਸੀਂ ਸੇਖੋਂ ਪੀੜ੍ਹੀ ਦੀ ਗੱਲ ਕੀਤੀ ਜਾਂ ਬਾਅਦ ਦੀ ਪੀੜ੍ਹੀ ਦੀ ਗੱਲ ਕੀਤੀ ਹੈ, ਤਾਂ ਇਸ ਤਰ੍ਹਾਂ ਹੀ ਹੁਣ ਅਸੀਂ ਵਿਸ਼ਵੀਕਰਨ ਦੇ ਯੁੱਗ ਤੱਕ ਪਹੁੰਚਣ ਦੀ ਗੱਲ ਵੀ ਕੀਤੀ ਹੈ ਕਿ ਸਾਡਾ ਜਿਹੜਾ ਰੁਝਾਨ ਹੈ ਉਹ ਥੋੜਾ ਅੰਤਰਮੁਖੀ ਸਾਹਿਤ ਵੱਲ ਜਿਹੜਾ ਹੈ, ਅੰਤਰਮੁਖੀ ਵਿਸ਼ਿਆਂ ਵੱਲ ਜਿਹੜਾ ਜ਼ਿਆਦਾ ਹੋ ਗਿਆ ਤੇ ਉਹਦੇ ਨਾਲ ਜਿਹੜਾ ਵੇਰਵਾ ਹੈ ਉਹ ਪੰਜਾਬੀ ਗਲਪ ਦੇ ਵਿੱਚੋਂ ਥੋੜਾ ਪੇਂਡੂ ਜੀਵਨ ਨਾਲ ਸੰਬੰਧਿਤ ਉਹ ਘਟ ਗਿਆ। ਤਾਂ ਬਸ ਹੁਣ ਅਸੀਂ ਇੱਕੋ ਹੀ ਗੱਲ, ਇਹ ਜਿਹੜਾ ਅਸੀਂ ਵਿਸ਼ਵੀਕਰਨ ਦਾ ਹੋ ਰਿਹਾ ਨਾ, ਅਸੀਂ ਜਿਹੜੇ ਇੱਥੋਂ ਵਿਦੇਸ਼ਾਂ ਜਾਂਦੇ ਹਾਂ ਉੱਥੇ ਵੀ ਅਸੀਂ ਪੰਜਾਬ ਨੂੰ ਨਾਲ ਲੈ ਜਾਂਦੇ ਹਾਂ। ਉੱਥੇ ਵੀ ਅਸੀਂ ਨਿੱਕੇ-ਨਿੱਕੇ ਪਿੰਡ ਬਣਾਏ ਹੋਏ ਨੇ ਤੇ ਅਸੀਂ ਪ੍ਰਭਾਵ ਉਹਨਾਂ ਸਥਿਤੀਆਂ ਦਾ ਬਹੁਤ ਘੱਟ ਅਸੀਂ ਦੇਖੋ ਜੀ, ਅਸੀਂ ਜਿਹੜਾ ਹੈਗਾ ਉਹ ਸਾਰੇ ਵਿਸ਼ਿਆਂ ਨੂੰ ਜਿਹੜਾ ਵਿਚਾਰ ਲਿਆ, ਤਾਂ ਇੱਕ ਬਸ ਸਮੁੱਚੇ ਰੂਪ ਦੇ ਵਿੱਚ ਜਿਹੜੀ ਗੱਲ ਉਹ ਇਹੀ ਨਿਕਲੀ ਹੈ ਕਿ ਪੰਜਾਬੀ ਕਹਾਣੀ ਦੇ ਵਿੱਚ ਜਿਹੜਾ ਪਿੰਡ ਹੈ ਉਹ ਕਾਫੀ ਕੇਂਦਰ ਦੇ ਵਿੱਚ ਰਹਿ ਕੇ ਇਹਦੀ ਗੱਲ ਕੀਤੀ ਜਾਂਦੀ ਰਹੀ ਹੈ। ਤੇ ਤੁਸੀਂ ਇਸ ਜਿਹੜੀ ਵਿਚਾਰ ਚਰਚਾ ਦੇ ਵਿੱਚ ਭਾਗ ਲਿਆ ਔਰ ਬੜੀ ਸ਼ਿੱਦਤ ਨਾਲ ਭਾਗ ਲਿਆ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।